गुड मॉर्निंग स्टूडेंट्स। हाँ जी राज, ਅੱਜ ਨੈਕਸਟ ਆਪਾਂ ਕਰਨ ਜਾ ਰਹੇ ਹਾਂ ਜਿਹੜਾ ਆਪਾਂ ਮੀਨਜ਼ ਆਫ ਟਰਾਂਸਪੋਰਟ ਕਰ ਰਹੇ ਸੀ। ਠੀਕ ਹੈ, ਇਹ 'ਚ ਆਪਾਂ ਫੋਰਥ ਪੁਆਇੰਟ ਕਰਨਾ 에ਅਰ ਟਰਾਂਸਪੋਰਟ। ਇਟ ਇਜ਼ ਦੀ ਫਾਸਟੈਸਟ ਐਂਡ ਕੋਸਟੀਐਸਟ ਮੀਨਜ਼ ਆਫ ਟਰਾਂਸਪੋਰਟ ਇਨ ਇੰਡੀਆ। ਇਹ ਆਪਾਂ ਕਹਿੰਦੇ ਸਭ ਤੋਂ ਤੇਜ਼ ਅਤੇ ਖਰਚੀਲਾ ਜਿਹੜਾ ਮੀਨ ਹੈ ਟਰਾਂਸਪੋਰਟ ਦਾ। ਇਨ ਇੰਡੀਆ ਇੰਡੀਅਨ एयरलाइंस कॉरपोरेशन, इंडियन एयर इंडिया इंटरनेशनल एंड Viaduct are the three important public sector undertaking in the area of air transport. Indian Airline officially merged into Air India on 27 February 2011. On the 1st April 1997, flight operations of Viaduct were transferred to Indian Airline and its employees were absorbed into Indian Airlines and Air India. After 1992, various private companies have also entered in air transport sector. In the India, there are 17 international airports which are controlled by International Airport Authority of India. ਠੀਕ ਹੈ, ਜਿਹੜੇ ਮੇਨ ਆਪਾਂ ਕਹਿ ਦਈਏ ਇੰਡੀਆ 'ਚ ਕੀ ਸੀਗੇ 3 ਏਅਰਪੋਰਟ ਜਿਹੜੀਆਂ ਏਅਰਲਾਈਨਜ਼ ਨੇ, ਇੰਡੀਅਨ ਏਅਰਲਾਈਨ ਕਾਰਪੋਰੇਸ਼ਨ, ਏਅਰ ਇੰਡੀਆ ਇੰਟਰਨੈਸ਼ਨਲ ਅਤੇ ਵਾਇਦੂਤ ਆਰ 3। ਠੀਕ ਹੈ, ਮਾਊਂਟੇਨ ਪਬਲਿਕ ਸੈਕਟਰ ਨੇ। ਉਸ ਤੋਂ ਬਾਅਦ ਜਿਹੜੇ ਇੱਕ ਦੂਜੇ 'ਚ ਮਰਜ ਹੁੰਦੇ ਨੇ ਜਿਹਨਾਂ ਦੀ ਡੇਟ ਅਤੇ ਟਾਈਮ ਜਿਹੜਾ ਮੈਂਸ਼ਨ ਕੀਤਾ ਹੋਇਆ। ਇਮਤਿਹਾਨ ਦਾ ਜੀ ਸਮਝ ਲਿਓ। ਠੀਕ ਹੈ, ਇੱਕ ਦੁਬਾਰਾ ਇਹਨੂੰ ਰਿਪੀਟ ਕਰ ਲਿਓ। ਥਰਡ ਆਪਣੇ ਮੀਨਜ਼ ਆਫ ਕਮਿਊਨੀਕੇਸ਼ਨ ਆਪਾਂ ਕਹੀਏ ਸੰਚਾਰ। ਠੀਕ ਹੈ, means of communication are to be considered as a part of both social as well as economic infrastructure. ਇਹਨੂੰ ਆਪਾਂ ਕਹਿ ਦਈਏ ਦੋਨਾਂ ਨੂੰ ਆਪਾਂ ਕਹਿ ਦਈਏ ਸੋਸ਼ਲ ਅਤੇ ਇਕਨੋਮਿਕ ਦੋਨੇ ਇਨਫਰਾਸਟਰਕਚਰ 'ਚ ਇਹਨੂੰ ਆਪਾਂ ਜਿਹੜੇ ਇਨਕਲੂਡ ਕਰਦੇ ਹਾਂ। ਪੋਸਟ, ਟੈਲੀਗ੍ਰਾਮ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਫੈਕਸ, ਸਿਨੇਮਾ, ਨਿਊਜ਼ਪੇਪਰ, ਮੈਗਜ਼ੀਨ ਐਕਸੈਟਰਾ ਆਰ ਦੀ ਇੰਪੋਰਟੈਂਸ ਮੀਨਜ਼ ਆਫ ਕਮਿਊਨੀਕੇਸ਼ਨ। ਹੁਣ ਜੇ ਤੁਹਾਨੂੰ ਪੁੱਛਿਆ ਜਾਵੇ ਜਿਹੜੇ ਕਮਿਊਨੀਕੇਸ਼ਨ ਦੇ ਜਿਹੜੇ ਮੀਨਜ਼ ਨੇ ਉਹ ਕਿਹੜੇ ਨੇ, ਠੀਕ ਹੈ, ਤੁਸੀਂ ਇਹ ਸਭ ਲਿਖ ਸਕਦੇ ਹੋ ਵੀ ਪੋਸਟ, ਟੈਲੀਗ੍ਰਾਮ, ਟੈਲੀਗ੍ਰਾਫ, ਟੈਲੀਫੋਨ, ਰੇਡੀਓ, ਟੈਲੀਵਿਜ਼ਨ, ਸਿਨੇਮਾ ਹਾਲਸ, ਨਿਊਜ਼ਪੇਪਰ, ਮੈਗਜ਼ੀਨ ਐਕਸੈਟਰਾ ਆਰ ਦੀ ਇੰਪੋਰਟੈਂਸ ਮੀਨਜ਼ ਆਫ ਕਮਿਊਨੀਕੇਸ਼ਨ ਇਨ ਇੰਡੀਆ ਇਨ ਦੀ context of economics infrastructure. Means of communication gives useful information on changes in market demand and supply situations. ਜਿਹੜੇ ਆਪਾਂ ਕਹਿ ਦਈਏ ਇਹ ਕਮਿਊਨੀਕੇਸ਼ਨ ਦੇ ਮੇਨ ਨੇ ਸਾਨੂੰ ਵੱਖ-ਵੱਖ ਜਿਹੜੀ ਟਾਈਪ ਦੀ ਜਿਹੜੀ ਇਨਫੋਰਮੇਸ਼ਨ ਨੇ ਉਹ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿੱਦਾਂ ਦੇ ਚੇਂਜਸ ਆਉਂਦੇ ਨੇ ਮਾਰਕੀਟ 'ਚ। ਠੀਕ ਆ, ਜਿਹੜੀ ਡਿਮਾਂਡ ਨੂੰ ਲੈ ਕੇ ਜਾਂ ਸਪਲਾਈ ਸਿਚੁਏਸ਼ਨ 'ਚ ਕਿੱਦਾਂ ਦੀ ਆ। ਔਨ ਦੀ ਬੇਸਿਸ ਆਫ ਦਿਸ ਇਨਫੋਰਮੇਸ਼ਨ ਪ੍ਰੋਡਿਊਸਰਸ, ਇਨਵੈਸਟਰਸ ਐਂਡ ਕੰਜ਼ਿਊਮਰਸ ਟੇਕ ਇੰਪੋਰਟੈਂਟ ਇਕਨੋਮਿਕ ਡਿਸੀਜਨ। ਇਹ ਚੀਜ਼ ਨੂੰ ਲੈ ਕੇ ਹੀ, ਇਹ ਇਨਫੋਰਮੇਸ਼ਨ ਨੂੰ ਲੈ ਕੇ ਹੀ, ਠੀਕ ਹੈ, ਆਪਾਂ ਇਹਦੇ ਮੁੱਖ ਰੱਖ ਕੇ ਹੀ ਜਿਹੜੇ ਪ੍ਰੋਡਿਊਸਰਸ ਨੇ ਜਿਹੜੇ ਚੀਜ਼ਾਂ ਪ੍ਰੋਡਿਊਸ ਕਰਦੇ ਨੇ, ਠੀਕ ਹੈ, ਪ੍ਰੋਡਕਟ ਬਣਾਉਂਦੇ ਨੇ, ਜਾਂ ਇਨਵੈਸਟਰਸ ਨੇ, ਜਾਂ ਆਪਾਂ ਕਹੀਏ ਕੰਜ਼ਿਊਮਰਸ ਨੇ ਜਿਹੜੇ ਚੀਜ਼ਾਂ ਖਰੀਦਦੇ ਉਹ ਆਪਾਂ ਕਹੀਏ ਇੰਪੋਰਟੈਂਟ ਜਿਹੜੇ ਆਪਣੇ ਡਿਸੀਜਨ ਲੈਂਦੇ ਨੇ। ਠੀਕ ਹੈ, ਇਕਨੋਮਿਕ ਇਟ ਇਜ਼ ਡਿਫੀਕਲਟ ਟੂ ਟੇਕ ਦੀ ਡਿਸੀਜਨ regarding production and distribution without the proper information about demand and supply condition. ਕਿ ਇੱਦਾਂ ਦੀ ਆਪਾਂ ਕਹੀਏ ਕਿਸ ਚੀਜ਼ ਦੀ ਮੰਗ ਹੈ, ਕਿੱਦਾਂ ਉਹਨੂੰ ਸਪਲਾਈ ਕਰ ਸਕਦੇ ਹਾਂ, ਇਹ ਚੀਜ਼ ਦੀ ਨੌਲੇਜ ਹੋਏ ਤੋਂ ਬਿਨਾਂ ਜਿਹੜਾ ਡਿਸੀਜਨ ਲੈਣਾ, ਠੀਕ ਹੈ, ਆਪਾਂ ਕਹੀਏ ਪ੍ਰੋਡਕਸ਼ਨ ਦਾ, ਡਿਸਟਰੀਬਿਊਸ਼ਨ ਦਾ, ਉਹ ਕੀ ਆ, ਆਪਾਂ ਕਹੀਏ ਫਜ਼ੂਲ ਹੈ, ਨਹੀਂ ਲਿਆ ਜਾ ਸਕਦਾ। ਠੀਕ ਹੈ, in the context of social infrastructures, radio, television, newspaper and magazine play an important role in the spread of education and the knowledge of people. ਜਿਹੜੇ ਟੈਲੀਵਿਜ਼ਨ ਹੋ ਗਏ, ਨਿਊਜ਼ਪੇਪਰ ਹੋ ਗਏ, ਮੈਗਜ਼ੀਨ ਜੋ ਹੋ ਗਏ, ਰੇਡੀਓ ਹੋ ਗਏ, ਇਹ ਸਾਰੇ ਜਿਹੜੇ ਸੋਸ਼ਲ, ਜੇ ਆਪਾਂ ਸੋਸ਼ਲੀ ਗੱਲ ਕਰਦੇ ਹਾਂ ਤਾਂ ਇਹ ਨੌਲੇਜ ਅਤੇ ਆਪਾਂ ਕਹਿੰਦੇ ਐਜੂਕੇਸ਼ਨ ਨੂੰ ਸਪਰੈਡ ਕਰਨ 'ਚ ਇਹ ਮੇਨ ਆਪਾਂ ਕਹਿੰਦੇ ਰੋਲ ਪਲੇ ਕਰਦੇ ਨੇ। ਦਸ ਦੀ ਮੇਨ ਜੋਬ ਕਮਿਊਨੀਕੇਸ਼ਨ ਆਰ ਵੈਰੀ ਵਿਟਲ ਫਾਰ ਐਵਰੀ ਇਕਨੋਮੀ। ਇਸ ਕਰਕੇ ਜਿਹੜੇ ਮੀਨਜ਼ ਆਫ ਕਮਿਊਨੀਕੇਸ਼ਨਜ਼ ਨੇ ਉਹ ਕਾਫੀ ਜ਼ਿਆਦਾ ਆਪਾਂ ਕਹਿੰਦੇ ਇੰਪੋਰਟੈਂਟ ਨੇ ਇਕਨੋਮੀ ਲਈ। ਠੀਕ ਹੈ ਜੀ। ਨੈਕਸਟ ਆਪਣੇ ਲਵੇ ਹੈਗਾ ਇਲੈਕਟ੍ਰੀਸਿਟੀ ਪਾਵਰ। ਜਿਹੜੀ ਇਲੈਕਟ੍ਰਿਕ ਪਾਵਰ ਹੈ ਜਾਂ ਇਲੈਕਟ੍ਰੀਸਿਟੀ ਪਾਵਰ ਹੈ, ਉਹਦੇ ਬਾਰੇ ਆਪਾਂ ਰੀਡ ਕਰਦੇ ਹਾਂ। ਇਲੈਕਟ੍ਰਿਕ ਪਾਵਰ ਔਰ ਇਲੈਕਟ੍ਰੀਸਿਟੀ occupy very significant place in the economic infrastructure of every country. ਜਿਹੜੇ ਇਕਨੋਮਿਕ ਇਨਫਰਾਸਟਰਕਚਰ ਨੇ ਉਹਨਾਂ 'ਚ ਹਰੇਕ ਕੰਟਰੀ 'ਚ, ਠੀਕ
ठीक है। जिहड़ी इलैक्ट्रिसिटी है वो मेन रोल प्ले करती है। The quantum of electricity consumed by a country is being considered as the index of its industrialization and economic development. Prior to independence, per capita power consumption was very low in India, but it has shown sustained rise after independence. The increased consumption of electric power shows more establishment of modern industries and development nature of the economy। ਕੀ ਹੈ ਜੀ ਆਪਣੇ ਲਵੇ ਆਪਾਂ ਕਹਿ ਦਈਏ ਜਿਹੜੀ ਇਲੈਕਟ੍ਰਿਕ ਪਾਵਰ ਹੈ ਉਹ ਮੇਨ ਰੋਲ ਪਲੇ ਕਰਦੀ ਹੈ। ਦੇਖੋ ਜਿਹੜੀ ਆਪਾਂ ਕਹਿੰਦੇ ਇੰਡੀਪੈਂਡੈਂਸ ਦੀ ਉਸ ਤੋਂ ਪਹਿਲਾਂ ਜਿਹੜਾ ਆਪਣਾ ਇੰਡਸਟਰੀ ਨੂੰ ਲੈ ਕੇ ਕਾਫੀ ਜ਼ਿਆਦਾ ਇੰਡਸਟਰੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਕਾਫੀ ਜ਼ਿਆਦਾ ਪਿਛੜਿਆ ਹੋਇਆ ਸੀ। ਅਤੇ ਉਸ ਤੋਂ ਬਾਅਦ ਜਦੋਂ ਇਲੈਕਟ੍ਰੀਸਿਟੀ ਆਪਣੇ ਪ੍ਰੋਵਾਈਡ ਹੋ ਗਈ, ਠੀਕ ਹੈ, ਮੀਨ ਜੇ ਆਪਾਂ ਕਰੀਏ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਜਿਹੜੇ ਲੱਗ ਗਏ, ਉਸ ਤੋਂ ਬਾਅਦ ਇੰਡੀਪੈਂਡੈਂਸ ਤੋਂ ਬਾਅਦ ਕੀ ਹੈ ਜਿਹੜੀ ਇੰਡਸਟਰੀ ਹੈ ਕਾਫੀ ਜ਼ਿਆਦਾ ਡਿਵੈਲਪਮੈਂਟ ਹੋਈ। ਉਹਦਾ ਰੀਜ਼ਨ ਕੀ ਸੀ? ਜਿਹੜੀ ਡਿਵੈਲਪਮੈਂਟ ਆਫ ਇਲੈਕਟ੍ਰੀਸਿਟੀ, ਇਲੈਕਟ੍ਰਿਕ ਪਾਵਰ ਹੈ ਡਿਵੈਲਪ ਹੋਈ। ਐਂਡ ਦੇਅਰ ਆਰ 3 ਇੰਪੋਰਟੈਂਟ ਸੋਰਸਿਸ ਆਫ ਪਾਵਰ ਇਨ ਇੰਡੀਆ। ਇੱਥੇ ਕੀ ਆਪਾਂ ਇੰਡੀਆ 'ਚ ਕੀ ਹੈ 3 ਮੇਨ ਸੋਰਸਿਸ ਨੇ ਜਿਹੜੇ ਇਲੈਕਟ੍ਰੀਸਿਟੀ ਦੇ ਨੇ। ਉਹ ਕਿਹੜੇ ਨੇ ਆਪਾਂ ਉਹਨਾਂ ਬਾਰੇ ਰੀਡ ਕਰਾਂਗੇ। ਫਸਟ ਹੈ ਥਰਮਲ ਪਾਵਰ, ਸੈਕਿੰਡ ਹੈ ਹਾਈਡਰੋ ਪਾਵਰ ਐਂਡ ਨੈਕਸਟ ਹੈ ਨਿਊਕਲੀਅਰ ਪਾਵਰ। Thermal power is generated by the use of coal at thermal power station। ਜਿਹੜੀ ਥਰਮਲ ਪਾਵਰ ਆ ਕਿੱਦਾਂ ਆਪਾਂ ਕਹਿ ਦਈਏ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਹੈ ਜਿਹੜੇ ਕੋਲ ਨੂੰ ਜਲਾ ਕੇ, ਠੀਕ ਹੈ, ਜਿੱਥੇ ਥਰਮਲ ਪਾਵਰ ਸਟੇਸ਼ਨ ਲੱਗੇ ਹੁੰਦੇ ਨੇ ਉੱਥੇ ਕੋਲ ਤੋਂ ਇਹ ਚੀਜ਼ ਪ੍ਰਾਪਤ ਕੀਤੀ ਜਾਂਦੀ ਹੈ। ਦਿਸ ਇਜ਼ ਦੀ ਚੀਫ ਸੋਰਸਿਸ ਆਫ ਪਾਵਰ ਜਨਰੇਸ਼ਨ ਇਨ ਇੰਡੀਆ। ਇਟ constitutes 68% ਆਫ ਟੋਟਲ ਪਾਵਰ ਜਨਰੇਸ਼ਨ ਇਨ ਇੰਡੀਆ। ਦੇਖੋ ਮੇਨ ਜਿਹੜਾ ਆਪਾਂ ਕਹਿ ਦਈਏ ਸੋਰਸਿਸ ਹੈ ਉਹ ਥਰਮਲ ਪਾਵਰ ਹੈ, ਠੀਕ ਹੈ। ਇਲੈਕਟ੍ਰਿਕ ਦੀ ਪਾਵਰ ਦੀ ਗੱਲ ਕਰਦੇ ਹਾਂ ਉਹ 'ਚ ਮੇਨ ਰੋਲ ਕਿਹਦਾ ਗਾ? ਥਰਮਲ ਪਾਵਰ, ਜਿਹੜੀ ਕਿ 68% ਹੈ। ਇਹ 68% ਜਿਹੜੀ ਇਲੈਕਟ੍ਰੀਸਿਟੀ ਹੈ ਉਹ ਇਹਨਾਂ ਤੋਂ ਆਪਾਂ ਕਹਿ ਦਈਏ ਲਈ ਜਾਂਦੀ ਹੈ। ਹਾਈਡਰੋ ਇਲੈਕਟ੍ਰਿਕ ਪਾਵਰ is generated by building high dams on the fast flowing river and by moving machines with this water। ਹੁਣ ਜਿਹੜੀ ਹਾਈਡਰੋ ਜਿਹੜੀ ਇਲੈਕਟ੍ਰਿਕ ਪਾਵਰ ਹੈ ਉਹ ਕਿੱਥੋਂ ਪ੍ਰੋਵਾਈਡ ਕੀਤੀ? ਜਿੱਦਾਂ ਆਪਾਂ ਕਹਿ ਦਈਏ ਜਿਹੜੇ ਰਿਵਰਸ ਵਗੈਰਾ ਨੇ, ਨਦੀਆਂ ਵਗੈਰਾ, ਝੀਲਾਂ ਵਗੈਰਾ ਨੇ, ਉਹਨਾਂ 'ਤੇ ਡੈਮ ਬਣਾ ਕੇ, ਠੀਕ ਹੈ, ਮੀਨਜ਼ ਪਾਣੀ ਤੋਂ ਜਿਹੜੀ ਉਹ ਬਿਜਲੀ ਬਣਾਈ ਜਾਂਦੀ, ਇਹਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਕਿਹਾ ਜਾਂਦਾ ਹੈ। ਡਿਵੈਲਪਮੈਂਟ ਆਫ ਮਲਟੀਪਰਪਜ਼ ਰਿਵਰ ਵੈਲੀਜ਼ ਪ੍ਰੋਜੈਕਟ ਹੈਵ ਹੈਲਪਡ in increasing the generation of hydro electric power in India। ਕਾਫੀ ਜ਼ਿਆਦਾ ਮਲਟੀ ਜਿਹੜੇ ਪਰਪਜ਼ ਆਪਾਂ ਕਹਿ ਦਈਏ ਜਿਹੜੇ ਡੈਮ ਬਣਾਏ ਗਏ ਨੇ, ਪ੍ਰੋਜੈਕਟ ਬਣਾਏ ਗਏ ਨੇ, ਉਹਨਾਂ ਨੇ ਕਾਫੀ ਜ਼ਿਆਦਾ ਹੈਲਪ ਕੀਤੀ ਹੈ ਆਪਾਂ ਨੂੰ ਕਹਿ ਦਈਏ ਜਿਹੜੀ ਇਲੈਕਟ੍ਰਿਕ ਪਾਵਰ ਇਨਕਰੀਜ਼ ਕਰਨ 'ਚ। ਅਤੇ ਥਰਡ ਲਾਸਟ ਹੈਗੀ ਆਪਣੇ ਲਈ ਨਿਊਕਲੀਅਰ ਪਾਵਰ ਇਨ ਇੰਡੀਆ। ਇੰਡੀਆ ਇਜ਼ ਵਨ ਆਫ ਦੀ ਫਿਊ ਕੰਟਰੀ in the world which have the capacity to generate nuclear power। ਆਪਾਂ ਕਹਿ ਦਈਏ ਜਿਹੜੀਆਂ ਨਿਊਕਲੀਅਰ ਦੀ ਪਾਵਰ ਆਪਾਂ ਕਹਿ ਦਈਏ ਬਣਾਉਂਦੀਆਂ ਨੇ ਉਹਨਾਂ 'ਚ ਕੰਟਰੀ ਜਿਹੜੀ ਇੰਡੀਆ ਗਈ ਉਹ ਥੋੜ੍ਹੀਆਂ ਜਿਹੜੀਆਂ ਕੰਟਰੀਆਂ 'ਚੋਂ ਇੱਕ ਹੈ, ਠੀਕ ਹੈ। ਇੰਡੀਆ ਹੈਜ਼ ਹਿਊਜ ਕੁਆਂਟਿਟੀ ਆਫ ਮਿਨਰਲਸ ਟੂ ਜਨਰੇਟ ਨਿਊਕਲੀਅਰ ਪਾਵਰ। ਕਾਫੀ ਜ਼ਿਆਦਾ ਇੱਥੇ ਮਿਨਰਲ ਜਿਹੜੇ ਮਿਲਦੇ ਨੇ, ਖਣਿਜ ਮਿਲਦੇ ਨੇ ਇੰਡੀਆ 'ਚ, ਜਿਨ੍ਹਾਂ ਤੋਂ ਜਿਹੜੀ ਨਿਊਕਲੀਅਰ ਪਾਵਰ ਬਣਾਈ ਜਾ ਸਕਦੀ ਹੈ। ਸਟਿਲ ਵੈਰੀ ਲੈਸ ਕੁਆਂਟਿਟੀ ਆਫ ਨਿਊਕਲੀਅਰ ਪਾਵਰ ਇਜ਼ ਬੀਇੰਗ ਜਨਰੇਟਡ। ਪਰ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਘੱਟ ਜਿਹੜੀ ਇਲੈਕਟ੍ਰਿਕ ਪਾਵਰ ਹੈ ਉਹ ਜਨਰੇਟ ਕੀਤੀ ਜਾਂਦੀ ਇਹਨਾਂ ਤੋਂ, ਠੀਕ ਹੈ। 3 ਟਾਈਪਸ ਨੇ ਆਪਣੇ ਲਵੇ ਰਾਜੇ। ਫਸਟ ਆਪਾਂ ਕਰਿਆ ਜਿਹੜਾ ਥਰਮਲ, ਸੈਕਿੰਡ ਹਾਈਡਰੋ। ਥਰਮਲ ਆਪਾਂ ਕਹਿੰਦੇ ਜਿਹੜੀ ਕੋਲ ਤੋਂ ਬਿਜਲੀ ਬਣਦੀ ਹੈ, ਸੈਕਿੰਡ ਜਿਹੜੀ ਹਾਈਡਰੋ ਜਿਹੜੀ ਪਾਣੀ ਤੋਂ ਬਣਦੀ ਹੈ, ਥਰਡ ਜਿਹੜੀ ਨਿਊਕਲੀਅਰ ਜਿਹੜੇ ਖਣਿਜ ਆਪਾਂ ਕਹਿੰਦੇ ਖਣਿਜ ਨੇ, ਮਿਨਰਲ ਨੇ, ਉਹਨਾਂ ਤੋਂ ਬਣਦੀ ਹੈ, ਠੀਕ ਹੈ। ਡਿਊਰਿੰਗ 5-year plan rural electrification has increased manifold in many states like Punjab, Haryana, Gujarat, Maharashtra, Himachal Pradesh, Andhra Pradesh, etc. There is complete rural electrification. However, still 16% of the village in India are without electricity। In rural areas, a huge quantity of power is being used to operate pump sets for mineral irrigation purpose। ਕੀ ਹੈਗਾ ਜਿਹੜੀਆਂ ਸਟੇਟਸ ਨੇ ਪੰਜਾਬ, ਹਰਿਆਣਾ, ਮਹਾਰਾਸ਼ਟਰ, ਠੀਕ ਹੈ, ਗੁਜਰਾਤ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਇਹਨਾਂ 'ਚ ਕਾਫੀ ਜ਼ਿਆਦਾ
ਜਿਹੜੀ ਇਲੈਕਟ੍ਰੀਸਿਟੀ ਪ੍ਰੋਵਾਈਡ ਕੀਤੀ ਹੈ। ਅਤੇ ਇੱਥੇ ਜਿਹੜੀ ਇਲੈਕਟ੍ਰੀਸਿਟੀ ਨਾਲ ਪੰਪ ਸੈੱਟ ਹੈ, ਜਿਹਨੂੰ ਆਪਾਂ ਕਹਿੰਦੇ ਟਿਊਬਵੈੱਲ ਵਗੈਰਾ ਚਲਾਏ ਜਾਂਦੇ ਨੇ, ਜਿਨ੍ਹਾਂ ਤੋਂ ਆਪਾਂ ਮੋਟਰਾਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, ਉਹਨਾਂ ਨਾਲ ਇਰੀਗੇਸ਼ਨ ਕੀਤੀ ਜਾਂਦੀ ਹੈ। ਠੀਕ ਹੈ ਜੀ, ਇਹ ਅੱਜ ਦਾ ਆਪਣਾ ਟੋਪਿਕ ਸੀਗਾ, ਜਿਹੜੇ ਆਪਾਂ ਕਰੇ ਮੀਨਜ਼ ਆਫ ਕਮਿਊਨੀਕੇਸ਼ਨ, ਇਲੈਕਟ੍ਰੀਸਿਟੀ ਪਾਵਰ, ਠੀਕ ਹੈ, ਅਤੇ ਏਅਰਪੋਰਟ ਜਿਹੜਾ ਏਅਰ ਟਰਾਂਸਪੋਰਟ ਸੀਗਾ। ਇਹਨਾਂ ਨੂੰ ਧਿਆਨ ਨਾਲ ਸੁਣਿਓ ਅਤੇ ਸਮਝਿਓ। ਫਿਰ ਵੀ ਕੋਈ ਡਾਊਟ ਹੋਇਆ ਦੈਨ ਤੁਸੀਂ ਮੇਰੇ ਨਾਲ ਇਹ ਚੀਜ਼ ਡਿਸਕਸ ਕਰ ਸਕਦੇ ਹੋ।